कि ਜਦੋਂ ਤੁਹਾਡੇ ਕੋਲ ਐਸ ਸੱਚ ਫੈਰਾਡੇ ਲਾਅ ਨੇ ਆਪਣੇ ਐਕਸਪੈਰੀਮੈਂਟਲ ਆਬਜ਼ਰਵੇਸ਼ਨ ਲਿੱਤੀਆਂ ਨਾ ਉਹ ਚੋਂ ਨੇ ਇਹ ਡਿਫਾਈਨ ਕੀਤਾ ਕਿ ਜੇ ਆ ਮੰਨ ਲਓ ਮੈਂ ਆਪਣੇ ਹੱਥ ਨੂੰ ਦਿਖਾਣਾ ਪਿਆ ਕਿ ਵੀ ਜੇ ਆ ਸਾਰੇ ਦੇ ਸਾਰੇ ਸਰਕੂਲਰ ਟਰਨਸ ਨੇ ਥੱਲੇ ਤੱਕ ਜਾਂਦੇ ਪਏ ਤੇ ਆ ਮੇਰੀ ਮੈਗਨੇਟ ਆ ਜੇ ਮੈਂ ਮੈਗਨੇਟ ਨੂੰ ਐਸ ਸੱਚ ਜਦੋਂ ਇਹਦੇ ਕ੍ਰਾਸ ਮੂਵ ਕਰਾਵਾਂਗਾ ਨਾ ਤੇ ਇਹਦੇ ਕ੍ਰਾਸ ਮੂਵ ਕਰਾਵਾਂਗੇ ਤਾਂ ਅਸੀਂ ਆਬਜ਼ਰਵ ਕੀ ਕੀਤਾ ਕਿ ਜਿੱਦਾਂ ਜਿੱਦਾਂ ਮੈਗਨੇਟ ਡਾਊਨਵਰਡ ਜਾ ਰਹੀ ਆ ਤੇ ਇਸ ਕੁਆਇਲ ਦੇ ਵਿੱਚ ਦੀ ਪਾਸ ਹੋਣ ਵਾਲੀ ਮੈਗਨੈਟਿਕ ਫੀਲਡ ਲਾਈਨ ਦੀ ਗਿਣਤੀ ਵੱਧ ਰਹੀ ਹੈ ठीक है ਇਹ ਮਤਲਬ ਮੈਗਨੈਟਿਕ ਫੀਲਡ ਦੀ ਸਟਰੈਂਥ ਵੱਧ ਰਹੀ ਆ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਦੇ ਵਧਣ ਕਰਕੇ ਇਸ ਸਰਕਟ ਦੇ ਅੰਦਰ ਮੈਗਨੈਟਿਕ ਫਲਕਸ ਦੀ ਅਮਾਉਂਟ ਉਹ ਇਨਕਰੀਜ਼ ਹੋ ਰਹੀ ਆ ਮੈਗਨੈਟਿਕ ਫਲਕਸ ਇਨਕਰੀਜ਼ ਹੋਵੇ ਮਤਲਬ ਇਹ ਹੋ ਗਿਆ ਮੈਗਨੈਟਿਕ ਫਲਕਸ ਚੇਂਜ ਹੋ ਰਹੀ ਹੈ ਔਰ ਜਦੋਂ ਮੈਗਨੈਟਿਕ ਫਲਕਸ ਚੇਂਜ ਹੁੰਦੀ ਆ ਤੇ ਫੈਰਾਡੇ ਨੇ ਆਬਜ਼ਰਵ ਕੀਤਾ ਉਸ ਮੂਵਮੈਂਟ ਤੇ ਆ ਨੀਡਲ ਜਿਹੜੀ ਨਾ ਉਹ ਡਿਫਲੈਕਟ ਹੋਣੀ ਸ਼ੁਰੂ ਹੋ ਗਈ ਫਿਰ ਜੇ ਮੈਂ ਇਸ ਮੈਗਨੇਟ ਨੂੰ ਕੰਪਲੀਟ ਇਹਦੇ ਅੰਦਰ ਲਿਜਾ ਕੇ ਰੋਕ ਦਵਾਂ ਤੇ ਇਹਦਾ ਮਤਲਬ ਇਹਦੇ ਵਿੱਚ ਮੈਗਨੈਟਿਕ ਫਲਕਸ ਦੀ ਅਮਾਉਂਟ ਤੇ ਮੈਕਸਿਮਮ ਹੋ ਗਈ ਪਰ ਅਸੀਂ ਆਬਜ਼ਰਵ ਕੀਤਾ ਗੈਲਵੇਨੋਮੀਟਰ ਦੀ ਨੀਡਲ 'ਚ ਡਿਫਲੈਕਸ਼ਨ ਨਹੀਂ ਆ ਰਹੀ ਉਹ ਕਹਿੰਦਾ ਉਹਦਾ ਕਾਜ਼ ਫਿਰ ਇਹ ਹੈਗਾ ਕਿ ਜਦੋਂ ਮੈਗਨੈਟਿਕ ਫਲਕਸ ਦੇ ਅੰਦਰ ਮੈਕਸਿਮਮ ਆ ਤੇ ਫਲਕਸ ਚੇਂਜ ਨਹੀਂ ਹੋ ਰਹੀ ਇਹਦਾ ਮਤਲਬ ਚੇਂਜ ਇਜ਼ ਮੇਨਲੀ ਰਿਸਪੌਂਸਿਬਲ ਟੂ ਡਿਫਲੈਕਟ ਦਾ ਕਹਿੰਦਾ ਜੀ ਗੈਲਵੇਨੋਮੀਟਰ ਨੀਡ ਔਰ ਜਦੋਂ ਮੈਂ ਹੁਣ ਇਹਨੂੰ ਬਾਹਰ ਨੂੰ ਕੱਢਣਾ ਸ਼ੁਰੂ ਕੀਤਾ ਇਸ ਦੇ ਕੁਆਇਲ ਦੇ ਅੰਦਰ ਜਿਹੜੀ ਮੈਗਨੈਟਿਕ ਫੀਲਡ ਲਾਈਨ ਦੀ ਅਮਾਉਂਟ ਆ ਉਹ ਡਿਕਰੀਜ਼ ਹੋਣੀ ਸ਼ੁਰੂ ਹੋ ਗਈ ਅਸੀਂ ਕਹਿੰਦੇ ਫਲਕਸ ਡਿਕਰੀਜ਼ ਹੁੰਦੀ ਜਾ ਰਹੀ ਜੇ ਇੱਥੇ ਜਾ ਕੇ ਫਲਕਸ ਦੀ ਵੈਲਿਊ ਮਿਨੀਮਮ ਹੋ ਗਈ ਮੈਨੂੰ ਰੋਕ ਲਵਾਂ until again we find galvanometer give no deflection ਇਹਦਾ ਮਤਲਬ ਜਦੋਂ ਤੁਹਾਡੀ ਮੈਗਨੇਟ ਸਟੇਸ਼ਨਰੀ ਹੋ ਗਈ ਜਦੋਂ ਤੁਹਾਡੀ ਮੈਗਨੇਟ ਸਟੇਸ਼ਨਰੀ ਹੋ ਗਈ ਤਾਂ ਅਸੀਂ ਆਬਜ਼ਰਵ ਕੀਤਾ ਫਲਕਸ ਦੀ ਚੇਂਜ ਵੀ ਬੰਦ ਹੋ ਗਈ ਇੱਕ ਆਬਜ਼ਰਵੇਸ਼ਨ ਇਹ ਸੀਗੀ ਫੈਰਾਡੇ ਦੀ ਠੀਕ ਹੈ ਜਿਹੜਾ ਐਕਸਪੈਰੀਮੈਂਟਲ ਰਿਜ਼ਲਟ ਸੀਗਾ ਉਹ ਆ ਵਾਲਾ ਸੀਗਾ ਕਿ ਵੀ ਐਸ ਸੱਚ ਮੈਗਨੇਟ ਦੀ ਮੂਵਮੈਂਟ ਜ਼ਰੂਰੀ ਹੈ ਦੂਜਾ ਇਹਦਾ ਉਹਨੇ ਐਸ ਸੱਚ ਰਿਵਰਸ ਕੀ ਬਣਾਇਆ ਆਪਾਂ ਇੱਕ ਹੋਰ ਕੇਸ ਇਹਦੇ ਚ ਬਣਾਉਣ ਲੱਗੇ ਤੇ ਸੈਕਿੰਡ ਆਬਜ਼ਰਵੇਸ਼ਨ ਲੈ ਕੇ ਕਿ ਜੇ ਆ ਮੰਨ ਲਓ ਮੇਰੇ ਕੋਲ ਐਸ ਸੱਚ ਅਸੀਂ ਇਹ ਲੈ ਕੇ ਚੱਲੀਏ ਕਿ ਵੀ ਮੇਰੀ ਇੱਕ ਕੁਆਇਲ ਆ ठीक है और ਇਹਦੇ ਨੀਅਰ ਬਾਈ ਔਰ ਇਹਦੇ ਨਾਲ ਫਿਰ ਇੱਕ ਗੈਲਵੇਨੋਮੀਟਰ ਅਟੈਚ ਆ ਔਰ ਇਹਦੇ ਨੀਅਰ ਬਾਈ ਇੱਕ ਸੈਕਿੰਡ ਕੁਆਇਲ ਹੋਰ ਰੱਖ ਦਵਾਂ ठीक है ਸੈਕਿੰਡ ਕੁਆਇਲ ਇਹਦੇ ਨੀਅਰ ਬਾਈ ਇੱਕ ਹੋਰ ਰੱਖ ਲਈ ਔਰ ਉਹਦੇ ਵਿੱਚ ਤੁਸੀਂ ਐਸ ਸੱਚ ਆ ਬੈਟਰੀ ਲਗਾ ਦਿੱਤੀ ਨਾਲ ਅਸੀਂ ਉਹਨਾਂ ਇੱਕ 92 ਕੀ ਲਗਾ ਦਿੱਤੀ ਤੇ ਉਹਨੇ ਆਬਜ਼ਰਵ ਕੀਤਾ ਕਿ ਸੈਕਿੰਡ ਕੇਸ ਦੇ ਅੰਦਰ ਉਹਨੇ ਆ ਆਬਜ਼ਰਵੇਸ਼ਨ ਜਿਹੜੀ ਇਹਦੇ ਕੇਸ ਚ ਬਣਾਈ ਕਿ ਜਦੋਂ ਮੈਂ ਆ ਕੀ ਪ੍ਰੈਸ ਕੀਤੀ ठीक है ਜਦੋਂ ਕੀ ਪ੍ਰੈਸ ਕੀਤੀ ठीक है जी एस सच मोमेंटली जिदा ही मैं की प्रेस की आ नीडल उस वेले मेरी डिफ्लैक्ट हुई ठीक है जदों मैं की इचों प्रेस की आ नीडल डिफ्लैक्ट हुई कहता भी आ दोनों दी दोनों कॉइलां दे आर वेल इंसुलेटेड फ्रॉम वन अनदर ठीक है दोनों कॉइलां किते भी एक दूजे दे नाल जुड़ियां नहीं होईयां कि भी एदा करंट इच चला गया किते भी ये जुड़ियां नहीं होईयां इवन देन उन्होंने ऑब्जर्व किया कि भी एस सच नीडल इन दिस गैल्वेनोमीटर ठीक है यानी आ गैल्वेनोमीटर जेड़ा कॉइल 1 चा ठीक है इस कॉइल 1 दे गैल्वेनोमीटर दी नीडल च डिफ्लैक्शन आंदी जदों ਅਸੀਂ की जेड़ी आ ओ कॉइल नंबर 2 दे क्रॉस प्रेस कर दे ਉਹ ਕਹਿੰਦਾ ਇਹਦਾ ਕੀ ਕਾਜ਼ ਆ ठीक है और एक कंडीशन दोनों च जेड़ी नाल रहेगी ਉਹ ਇਹ ਹੋਏਗੀ the two coils are placed so much close to one another कि whatever be the magnetic field strength changes in the coil number 2 the same change also appear in the coil number 1 दो coils ਇੰਨੀਆਂ ਕਿ ਇੱਕ ਦੂਜੇ ਦੇ ਕਲੋਜ਼ ਹੈਗੀਆਂ ਕਿ ਜਦੋਂ ਇਸ coil ਚੋਂ ਕਰੰਟ ਪਾਸ ਕਰਾਂਗਾ ਸੋਲੇਨੋਇਡ ਪੜਿਆ ਹੋਇਆ ਸੀ ਇਹ ਸੋਲੇਨੋਇਡ ਦੀ ਗੱਲ ਹੀ ਆ ਜਦੋਂ ਇਸ coil ਚੋਂ ਕਰੰਟ ਪਾਸ ਹੋਏਗਾ ਤੇ ਇਸ coil ਦੇ ਅਕ੍ਰੋਸ ਅਸੀਂ ਕਹਿੰਦੇ ਜੀ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਬੰਨਣਾ ਸ਼ੁਰੂ ਹੋ ਜਾਣਾ ਇਸ ਵੇ ਨਾਲ ਇਹਦਾ ਮੈਗਨੈਟਿਕ ਫੀਲਡ ਬਣਦਾ ਤੇ ਸੈਕਿੰਡ coil ਇਹਦੇ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਦੇ ਵਿੱਚ ਪਈ ਆ मतलब सैकेंड कॉइल ਇਹਦੇ ਇੰਨਾ ਕੁ ক্লোਜ਼ ਹੈਗੀ ਆ ਕਿ ਵੀ ਮੈਗਨੈਟਿਕ ਫੀਲਡ ਦੀ ਸਟਰੈਂਥ ਜਿੰਨੀ ਇਸ coil ਨੰਬਰ 2 ਚ ਚੇਂਜ ਹੋ ਰਹੀ ਆ ਐਗਜ਼ੈਕਟਲੀ ਉਨੀ ਹੀ ਮੈਗਨੈਟਿਕ ਫੀਲਡ ਦੀ ਸਟਰੈਂਥ coil 1 ਚ ਵੀ ਚੇਂਜ ਹੋ ਰਹੀ ਤੇ ਫਿਰ ਜੇ coil 1 ਚ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਹੋਈ ਆ ਤੇ ਅਸੀਂ ਹੁਣੀ ਇੱਕ ਆ ਫਾਰਮੂਲਾ ਪੜਿਆ ਫਲਕਸ ਦਾ BA cos θ ਇਹਦਾ ਮਤਲਬ ਜੇ ਮੇਰਾ ਮੈਗਨੈਟਿਕ ਫੀਲਡ ਦੀ ਸਟਰੈਂਥ ਕਿਸੇ ਵੀ coil ਚ ਚੇਂਜ ਹੋਏਗੀ ਅਸੀਂ ਕਿੰਨੇ ਮਤਲਬ ਉੱਥੇ ਫਲਕਸ ਚੇਂਜ ਹੋਏਗੀ ਤੇ ਜੇ ਫਲਕਸ ਚੇਂਜ ਹੋਏਗੀ ਤੇ ਫੈਰਾਡੇ ਨੇ ਫਾਈਂਡ ਆਊਟ ਕੀਤਾ ਕਿ that is responsible to induce the EMF in the circuit ਇਹਦਾ ਮਤਲਬ ਜਦੋਂ ਇਸ coil ਦੇ ਮੈਗਨੈਟਿਕ ਫੀਲਡ ਦੀ ਚੇਂਜ ਕਰਕੇ ਕਿਉਂਕਿ ਜਦੋਂ ਇਹ ਚ ਕਰੰਟ ਪਾਸ ਹੋਣਾ ਬੇਟਾ ਤੇ coil ਦੀ ਪ੍ਰੋਪਰਟੀ ਹੁੰਦੀ ਆ ਕਿ coil ਚ ਕਰੰਟ ਇੱਕਦਮ ਮੈਕਸਿਮਮ ਨਹੀਂ ਹੁੰਦਾ coil ਦੇ ਵਿੱਚ ਕਰੰਟ ਜਿਹੜਾ ਹੋਏਗਾ that always take some time to grow from 0 to maximum
ਇਹਦੇ ਅੰਦਰ ਫਾਰਮੂਲਾ ਕਿੰਨਾ ਮੈਂ ਗੱਲ ਸੋਚਦਾ ਪਿਆ ਆ ਇੱਕ ਫਾਰਮੂਲਾ ਪੜਿਆ ਸੀ B = μ naught NI ਉਹ ਤੇ 2 ਤੋਂ 3 ਫਾਰਮੂਲੇ 3 ਫਾਰਮੂਲੇ ਲਿਖਣ ਲੱਗਿਆ ਵਾ ਇਹ ਤਿੰਨੇ ਦਿਮਾਗ 'ਚ ਰੱਖਿਓ ਹਰ ਐਕਸਪਲੇਨੇਸ਼ਨ ਇਹ 3 ਵਰਡ ਨਾਲ ਬਣਨੀ ਹੈ ਕਿਸੇ ਕੋਇਲ 'ਚ ਜਦੋਂ ਕਰੰਟ ਪਾਸ ਕਰਾਂਗੇ ਠੀਕ ਹੈ ਜੀ ਉਹਦੇ ਕਰਕੇ ਕੋਇਲ 'ਚ ਮੈਗਨੈਟਿਕ ਫੀਲਡ ਬਣੂ ਜਦੋਂ ਕੋਇਲ ਦੇ ਅੰਦਰ ਮੈਗਨੈਟਿਕ ਫੀਲਡ ਚੇਂਜ ਹੋਏਗਾ ਇਹਦਾ ਮਤਲਬ ਕਰੰਟ ਉੱਚ ਚੇਂਜ ਹੁੰਦਾ ਪਿਆ यानी जे करंट की स्ट्रेंथ इनक्रीज या डिक्रीज कुछ भी होएगी ਇਹਦੇ ਕਰਕੇ मैग्नेटिक फील्ड की स्ट्रेंथ चेंज होनी और मैग्नेटिक फील्ड की स्ट्रेंथ दे चेंज होने करके फ्लक्स चेंज होनी और फ्लक्स दे चेंज होने करके ईएमएफ इंड्यूस होनी आ मैं एक फार्मूला जेड़ा फैराडे दे लॉ च ਅਸੀਂ ਬੋਲਣਾ ਵਾ ਮੈਂ ਉਹਨੂੰ ਪਹਿਲਾਂ ਲਿਖ ਰਿਹਾ ਕਿ ਵੀ ਫੈਰਾਡੇ ਦੇ ਲॉ ਦੇ ਅਕੋਰਡਿੰਗਲੀ ਇਹ ਸੀਗਾ ਕਿ ਜਿਹੜੀ ईएमएफ ਇੰਡਿਊਸ ਹੋਏਗੀ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ how much flux will be change per unit time given time ਦੇ ਅੰਦਰ 1 ਸੈਕਿੰਡ ਦੇ ਅੰਦਰ ਕਿੰਨੀ ਕੁ ਫਲਕਸ ਚੇਂਜ ਹੋਈ ਆ ਠੀਕ ਹੈ ਜਿੰਨੀ ਫਲਕਸ ਦੀ ਅਮਾਉਂਟ ਗਿਵਨ ਟਾਈਮ ਚ ਜ਼ਿਆਦਾ ਚੇਂਜ ਹੋਏਗੀ ਉਨੀ ਈਐਮਐਫ ਇੰਡਿਊਸ ਜ਼ਿਆਦਾ ਹੋਏਗੀ ਇੱਥੇ ਆ ਫਾਈ ਜਿਹੜਾ ਉਹ ਆ ਵਾਲੀ ਟਰਮ ਤੋਂ ਬਣਨਾ ਤੇ ਐਚ ਬੀ ਜਿਹੜਾ ਵਾ ਉਹ ਆ ਵਾਲੀ ਟਰਮ ਤੋਂ ਬਣਨਾ ਤੇ ਅਲਟੀਮੇਟਲੀ ਜੇ ਤੁਸੀਂ ਲਿੰਕ ਕਰੋ ਤੇ ਆ ਕਰੰਟ ਤੇ ਇਧਰੋਂ ਆ ਈਐਮਐਫ ਇਹ ਆਪਸ ਲਿੰਕ ਹੁੰਦੇ ਪਏ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਸਰਕਟ ਦੇ ਅੰਦਰ ਈਐਮਐਫ ਇੰਡਿਊਸ ਹੋਣੀ ਆ ਉਹ ਇੰਡਿਊਸਡ ਈਐਮਐਫ ਡਿਪੈਂਡ ਕਰਦੀ ਹਾਊ ਮੱਚ ਫਲਕਸ ਵਿਲ ਬੀ ਚੇਂਜ ਪਰ ਯੂਨਿਟ ਟਾਈਮ ਗਿਵਨ ਟਾਈਮ ਦੇ ਅੰਦਰ ਕਿੰਨੀ ਫਲਕਸ ਚੇਂਜ ਹੁੰਦੀ ਪਈ ਔਰ ਫਲਕਸ ਦੀ ਚੇਂਜ ਡਿਪੈਂਡ ਕਰਦੀ ਆ ਕਿ ਗਿਵਨ ਟਾਈਮ ਦੇ ਅੰਦਰ ਮੈਗਨੈਟਿਕ ਫੀਲਡ ਦੀ ਸਟਰੈਂਥ ਕਿੰਨੀ ਚੇਂਜ ਹੋ ਰਹੀ ਔਰ ਮੈਗਨੈਟਿਕ ਫੀਲਡ ਦੀ ਸਟਰੈਂਥ ਜਿਹੜੀ ਆ ਉਹ ਡਿਪੈਂਡ ਕਰਦੀ ਹਾਊ ਫਾਸਟ ਔਰ ਹਾਊ ਸਲੋ ਅ ਮੈਗਨੇਟ ਇਜ਼ ਟੂ ਬੀ ਮੂਵ ਜਾਂ ਹਾਊ ਫਾਸਟ ਔਰ ਹਾਊ ਸਲੋ a current is to be passed through the coil ਇਹਦਾ ਮਤਲਬ ਆ ਮੈਗਨੈਟਿਕ ਫੀਲਡ ਮੇਰੇ ਕੋਲ ਸਰਕਟ ਚ ਜਦੋਂ ਚੇਂਜ ਹੋਇਆ ਮੈਂ ਇਹ ਚੋਂ ਨਾ A ਨੂੰ ਚੇਂਜ ਕਰ ਰਿਹਾ ਇਸ ਵੇਲੇ ਨਾ cos θ ਨੂੰ ਚੇਂਜ ਕਰ ਰਹੇ ਅਸੀਂ ਸਿਰਫ ਔਰ ਸਿਰਫ ਸਾਰੀ ਐਕਸਪਲੇਨੇਸ਼ਨ B ਨਾਲ ਹਜੇ ਬਣਾਉਣੇ ਵੇ ਠੀਕ ਹੈ ਜਦੋਂ B ਚੇਂਜ ਹੋਏਗਾ ਕਿਸੇ ਵੀ ਢੰਗ ਨਾਲ ਮੈਗਨੇਟ ਦੀ ਮੂਵਮੈਂਟ ਕਰਕੇ ਠੀਕ ਹੈ ਮੈਗਨੇਟ ਦੀ ਮੂਵਮੈਂਟ ਕਰਕੇ ਔਰ ਇਹ ਚ ਕੋਈ ਮੈਗਨੇਟ ਦੀ ਮੂਵਮੈਂਟ ਨਹੀਂ ਲਿੱਤੀ ਆਪਾਂ ਐਸ ਚ ਕਰੰਟ ਦੀ ਸਟਰੈਂਥ ਚੇਂਜ ਕਰਾਈ ठीक है करंट दी स्ट्रेंथ चेंज होवे भावें मेरे कोल मैगनेट दी मूवमेंट होवे ठीक है भावें मैगनेट स्टेशनरी हो जाए ते आ कॉइल मेरी मूव करे ठीक है जी कुछ भी मेथड होवे सर्किट दे अंदर फ्लक्स चेंज होवे सर्किट दे अंदर फ्लक्स चेंज होवे ते जदों सर्किट च फ्लक्स चेंज होएगी ते फ्लक्स दी चेंज रिस्पोंसिबल होएगी सर्किट दे अंदर ईएमएफ नु इंड्यूस करन लई क्या इन्नी गल समझ आ रही Yes, sir. Yes, sir. Yes, sir. चलो ਹੁਣ ਇਸੇ ਚੀਜ਼ ਨੂੰ ਲੈ ਕੇ ਅੱਗੇ ਗੱਲ ਕੰਟੀਨਿਊ ਕਰਾਂਗਾ ਸੋ ਪਹਿਲੇ ਪਾਰਟ ਦੇ ਅੰਦਰ ਜੇ ਆਪਾਂ ਚੱਲੀਏ ਤੇ ਇੱਥੇ ਇੱਕ ਡੈਫੀਨੇਸ਼ਨ ਬਣ ਜਾਂਦੀ ਸੀ ਆ ਜੇ ਮੈਂ ਮੰਨ ਲਓ ਕੋਇਲ ਦਾ ਪਾਰਟ ਲਵਾਂ ਕਿ ਇਹ ਤੋਂ ਥੱਲੇ ਮੇਰੀ ਸਾਰੀ ਸੋਲੇਨੋਇਡ ਆ ਤੇ ਆ ਮੇਰੀ ਮੈਗਨੇਟ ਆ ਜਦੋਂ ਮੈਂ ਮੈਗਨੇਟ ਨੂੰ ਠੀਕ ਹੈ ਜੀ ਐਸ ਚ ਡਾਊਨਵਰਡ ਮੂਵ ਕਰ ਰਿਹਾ ਜਾਂ ਉੱਪਰ ਮੂਵ ਕਰ ਰਿਹਾ ਠੀਕ ਹੈ ਇਹਦਾ ਮਤਲਬ ਮੈਗਨੇਟ ਦੀ ਮੂਵਮੈਂਟ ਲਿੱਤੀ ਮੈਗਨੇਟ ਦੀ ਮੋਸ਼ਨ ਲਿੱਤੀ ਆ ਇਹ ਫਲਕਸ ਚੇਂਜ ਕਰਾ ਰਹੀ ਆ ਤੇ ਜੇ ਮੈਂ ਮੈਗਨੇਟ ਸਟੇਸ਼ਨਰੀ ਕਰਕੇ ਕੋਇਲ ਨੂੰ ਅਪ ਐਂਡ ਡਾਊਨ ਮੂਵ ਕਰਾਂ ਤੇ ਤਾਂ ਵੀ ਬੱਚੇ ਮੇਰੇ ਕੋਲ ਜਿਹੜੀ ਐਸਐਚ ਸੀਗੇ ਨੇ ਜੀ ਫਲਕਸ ਚੇਂਜ ਹੋਈ ਉਹਨੇ ਕਿਹਾ ਕਿ ਵੀ whenever there is a relative motion ਦਾ ਮਤਲਬ ਹੈ ਇਹ ਸਟੇਸ਼ਨਰੀ ਆ ਤੇ ਆ ਮੂਵੇਬਲ ਆ ਸਟੇਸ਼ਨਰੀ ਆ ਮੂਵੇਬਲ ਆ ਜਾਂ ਦੋਨੋਂ ਟੁਵਰਡਸ ਵਨ ਅਨਦਰ ਜਾਂ ਦੋਨੋਂ ਟੁਵਰਡਸ ਅਵੇ ਮਤਲਬ ਦੋਨੋਂ ਮੂਵ ਕਰਦੇ ਹੋਣ ਇਹਦਾ ਮਤਲਬ ਹੋ ਗਿਆ ਜਦੋਂ relative motion between coil and magnet ਹੋਏਗੀ always an EMF is induced in the coil ਤੇ ਮੈਨੂੰ ਲੱਗਿਆ ਕਿ ਵੀ ਉਦੋਂ EMF ਇੰਡਿਊਸ ਹੁੰਦੀ ਹੈ ਇਹ ਪਹਿਲੀ ਆਬਜ਼ਰਵੇਸ਼ਨ ਸੀ ਫੈਰਾਡੇ ਦੀ ਕਿ ਵੀ ਰਿਲੇਟਿਵ ਮੋਸ਼ਨ ਜ਼ਰੂਰੀ ਆ ਜੇ ਰਿਲੇਟਿਵ ਮੋਸ਼ਨ ਕੋਇਲ ਤੇ ਮੈਗਨੇਟ ਚ ਹੋਏਗੀ ਫਿਰ ਫਲਕਸ ਚੇਂਜ ਹੋਣੀ ਆ ਫਿਰ EMF ਇੰਡਿਊਸ ਹੋਣੀ ਪਰ ਸੈਕਿੰਡ ਐਕਸਪੈਰੀਮੈਂਟ ਦੇ ਵਿੱਚ ਚੱਲੀਏ ਇਹ ਚ ਤਾਂ ਕਿਤੇ ਰਿਲੇਟਿਵ ਮੋਸ਼ਨ ਹੀ ਨਹੀਂ ਆਈ ਇਹ ਅਸੀਂ ਨਾ ਆ ਕੋਇਲ 1 ਨੂੰ ਟੁਵਰਡਸ ਕੋਇਲ 2 ਨਾ ਕੋਇਲ 2 ਨੂੰ ਟੁਵਰਡਸ ਕੋਇਲ 1 ਇਹਨਾਂ ਦਾ ਮੂਵ ਹੀ ਨਹੀਂ ਕਰਾਇਆ ਔਰ ਇਸ ਮੂਵਮੈਂਟ ਤੇ ਸਿਰਫ ਔਰ ਸਿਰਫ ਕੀ ਹੋਇਆ मैग्नेटिक फील्ड दी स्ट्रेंथ चेंज कराई ठीक है जी करंट दे चेंज करके मतलब दी करंट दी स्ट्रेंथ नु चेंज कीता ओना मैग्नेटिक फील्ड दी स्ट्रेंथ और ओदे करके फ्लक्स चेंज हुई फिर ओने जनरलाइज कीता कि भी रिलेटिव मोशन इज नॉट द नेसेसरी कंडीशन रिक्वायर्ड टू इंड्यूस द ईएमएफ इन द सर्किट रिलेटिव मोशन जेडी आ ये जरूरी नहीं हैगी रिलेटिव मोशन इज वन ऑफ द फैक्टर टू प्रोड्यूस द कहना जी टू प्रोड्यूस द ईएमएफ अक्रॉस द कॉइल पर सर्किट दे अंदर मेन फैक्टर जिहड़ा रिस्पोंसिबल आ वो हैगी फ्लक्स दा चेंज होना फ्लक्स इनक्रीज होवे फ्लक्स डिक्रीज होवे जो मर्जी होवे दोनों केसेस दे अंदर ईएमएफ इंड्यूस होएगी
ਆਪਾਂ ਪਹਿਲਾ ਕੇਸ ਲਿੱਤਾ ਕਿ ਵੀ ਜਦੋਂ ਕੀ ਨੂੰ ਅਸੀਂ ਪ੍ਰੈਸ ਕੀਤਾ, ਹੁਣ ਰਿਵਰਸ ਕਰੋ, ਜੇ ਮੈਂ ਆ ਕੀ ਨੂੰ ਰਿਮੂਵ ਕਰਾਂ, ठीक है, again when you remove the key तो again we find galvanometer needle again deflected। वो कहना हुण क्यों डिफलैक्ट हुई, हुण तां करंट बंद हो गया। वो कहना जी जे इच करंट बंद होया या करंट शुरू होया ना ते इहदे विच एक कॉइल दी प्रॉपर्टी आ, और वो ये प्रॉपर्टी है कि कॉइल दे अंदर करंट इंस्टेंटली ग्रो भी नहीं करता, कॉइल दे अंदर इंस्टेंटली करंट डिक्रीज भी नहीं करता। मैं एक सिंपल जी एग्जांपल देना, तुहाडे दिमाग च बह जाएगी गल। अजकल आपां घरां दे विच LED ट्यूब या LED बल्ब लाने आ, ਜਦੋਂ ਤੁਸੀਂ ਸਵਿਚ ਔਨ ਕਰਦੇ ਹੋ ਤੇ ਉਹ ਫੁੱਲ ਬ੍ਰਾਈਟਨੈਸ ਨੂੰ ਆਂਦੇ ਆਂਦੇ ਕਹਿੰਦਾ ਜੀ ਫ੍ਰੈਕਸ਼ਨ ਆਫ ਸੈਕਿੰਡ ਲੱਗਦਾ, ਠੀਕ ਹੈ। ਜਦੋਂ ਸਵਿਚ ਆਫ ਕਰਦੇ ਹੋ ਤੇ ਉਹਦੀ ਬ੍ਰਾਈਟਨੈਸ ਖਤਮ ਹੁੰਦੇ 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 ਕਹਿੰਦਾ ਜੀ ਮੇਰੇ ਕੋਲ ਕੁਝ ਸੈਕਿੰਡ ਦਾ ਟਾਈਮ ਲੱਗਦਾ। ਗੱਲ ਸਮਝ ਲੱਗੀ ਜੋ ਬੋਲਦਾ ਪਿਆ? यस सर। ਆਪਾਂ ਕਾਰ ਦੀ ਲਾਈਟ ਲੈ ਲਈਏ, ਜਦੋਂ ਤੁਸੀਂ ਕਾਰ ਨੂੰ ਰਿਮੋਟ ਤੋਂ ਬਾਹਰੋਂ ਔਨ ਕੀਤਾ ਨਾ, ਤੁਸੀਂ ਦੇਖੋ ਉਹਦੇ ਅੰਦਰ ਲਾਈਟ ਜਿਹੜੀ ਹੌਲੀ ਹੌਲੀ ਕਹਿੰਦਾ ਜੀ ਆਪਣੀ ਫੁੱਲ ਬ੍ਰਾਈਟਨੈਸ ਤੇ ਜਗਦੀ ਆ। ਜਦੋਂ मैं कार लॉक की तो मैं ਉਹਦੇ ਬਟਨ ਨੱਪ ਦਿੱਤਾ ਉਹਦੇ ਰਿਮੋਟ ਤੋਂ, ठीक है, तो ਤੁਸੀਂ ਨੋਟ ਕਰੋ ਉਹਦੇ ਅੰਦਰ ਲਾਈਟ ਹੌਲੀ ਹੌਲੀ ਡਿਮ ਹੋ ਕੇ ਖਤਮ ਹੁੰਦੀ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਉਹਦੇ ਅੰਦਰ ਜਿਹੜੀ ਕੋਇਲ ਲੱਗੀ ਹੋਈ ਆ, ਉਸ ਕੋਇਲ ਦੀ ਇਹ ਪ੍ਰੋਪਰਟੀ ਆ ਕਿ ਕਰੰਟ ਆਲਵੇਜ਼ ਟੇਕ ਸਮ ਫਾਈਨਾਈਟ ਅਮਾਉਂਟ ਆਫ ਟਾਈਮ ਟੂ ਇਨਕਰੀਜ਼ ਫਰਮ 0 ਟੂ ਮੈਕਸਿਮਮ ਐਂਡ ਆਲਵੇਜ਼ ਟੇਕ ਸਮ ਫਾਈਨਾਈਟ ਅਮਾਉਂਟ ਆਫ ਟਾਈਮ ਟੂ ਡਿਕਰੀਜ਼ ਫਰਮ ਮੈਕਸਿਮਮ ਟੂ 0। इन्हां दोनों केसेस दे अंदर जदों करंट दी स्ट्रेंथ मेरे को 0 तो मैक्सिमम 0 तो 4 एम्पीयर मान लो करंट जाना ते 0 तो 4 जिहड़ा वा मेरे को जिद्दां ही मैं बटन नप्पिया एकदम 0 तो 4 नहीं गया, 0 तो 4 जांदे जांदे मान लो ने 1 सेकंड लग गया या 1 मिली सेकंड लग गया। उस टाइम दे विच करंट दी स्ट्रेंथ जिद्दां जिद्दां इत्थों वधनी आ ते इहदा मतलब आई ते हौली हौली इनक्रीज हुंदा जाना, और इहदे करके मैग्नेटिक फील्ड इनक्रीज होगा, और मैग्नेटिक फील्ड इनक्रीज होने करके फ्लक्स इनक्रीज होएगी। फ्लक्स इनक्रीज हुई मतलब फ्लक्स चेंज हुई, फ्लक्स दे चेंज होने करके सर्किट दे अंदर EMF इंड्यूस हो। ते जे मैं की नू रिमूव कीता ते करंट 4 तो 0 एकदम नहीं आया, करंट 4 तो 3.9 आया, मैग्नेटिक फील्ड थोड़ा घट गया, फ्लक्स थोड़ी जी घट गई, ये फ्लक्स चेंज हो गई, फ्लक्स चेंज हो गई तो फिर EMF इंड्यूस होगी, पर अगे नालों रिवर्स डायरेक्शन च हो जू। पहलो इनक्रीजिंग करंट करके फ्लक्स आई सी, हुण डिक्रीजिंग करंट करके आई आ। ਇਹਦਾ मतलब हो गया सर्किट ਦੇ अंदर ਜਦੋਂ तक फ्लक्स चेंज ਹੁੰਦੀ रहेगी always an EMF is induced in the coil। ਇਸ ਚੀਜ਼ ਨੂੰ ਅਸੀਂ ਫੈਰਾਡੇ ਦਾ ਫਰਸਟ ਲਾਅ ਕਹਿੰਦੇ ਆ। ਹੁਣ ਮੈਂ ਉਹਦੀ ਸਟੇਟਮੈਂਟ ਬੋਲਿਆ, ਤੁਸੀਂ ਜਦੋਂ ਬੁੱਕ ਚੋਂ ਪੜੋਗੇ ਪਹਿਲਾਂ ਤੁਹਾਨੂੰ ਟੌਪਿਕ ਇੰਟਰੋਡਕਸ਼ਨ ਮਿਲਿਆ, ਫਿਰ ਬਾਅਦ ਚੋਂ ਮੈਗਨੈਟਿਕ ਫਲਕਸ ਵਾਲਾ ਮਿਲਣਾ ਵਾ, मैग्नेटिक फ्लक्स तो बाद फैराडे एक्सपेरिमेंट मिलने हैं जिस 3 एक्सपेरिमेंट लिखे हुए होने, ठीक है, आई वाले जो आप दसदे पे हैं। इस तो बाद होने पे तुहाडे कोल एसएच फैराडे लॉ कंक्लूड कीते हैं ते हुण आपां गल करन लगे फैराडे दे लॉ दी। फैराडे लॉ दे अकॉर्डिंगली पहला लॉ हैगा whenever there is a change in magnetic flux linked with the coil, whenever there is a change in magnetic flux linked with the coil, always an EMF is induced in the coil which last so long ਜਿਹੜੀ ਉਦੋਂ ਤੱਕ ਬਣੀ ਰਹੇਗੀ till change in flux should be there। ਜਦੋਂ ਤੱਕ ਤੁਹਾਡੀ coil 'ਚ flux ਦੀ change ਬਣੀ ਹੋਈ ਆ ਉਦੋਂ ਤੱਕ ਤੁਹਾਡੀ coil ਦੇ ਅੰਦਰ EMF induced ਹੁੰਦੀ ਰਹੇਗੀ, ਔਰ ਜਦੋਂ flux ਦੀ change ਬੰਦ ਹੋਏਗੀ EMF ਦਾ induced ਹੋਣਾ ਵੀ ਬੰਦ ਹੋ ਜਾਏਗਾ। क्या फैराडे फर्स्ट लॉ समझ लग गया? Yes, Yes, sir. sir. Yes, sir. चल उस तो बाद फैराडे दा सेकंड लॉ। हुन फैराडे दे फर्स्ट लॉ दिता। हां जी सर, अगर हम कॉइल को जैसे आपने राइट साइड में रखा हुआ है कॉइल को, अगर नहीं कॉइल नहीं मैग्नेट को, अगर मैग्नेट को हम उसके पास ले जाते तो करंट इंड्यूस होता है, और उससे दूर करते तो भी करंट अपोजिट डायरेक्शन। दोनों बारी हो रहा, बोल अगे बोल। में होंगे दोनों। आवाज गई तेरी। कहाँ गए? हाँ लग भी। सोच ला पहले फिर दसे मैनू की कहना पे। मैं अंदर गल सर कंटिन्यू मैं ये बोल रहा था डायरेक्शन अपोजिट होगी या सेम होगी? भाजी मैं इत्थे बोलिया हैगा कि गैल्वेनोमीटर दी नीडल दी डिफ्लेक्शन जिहड़ी आ जे तुहाडी इनक्रीजिंग फ्लक्स वेले वो टुवर्ड्स द लेफ्ट साइड गई आ ते डिक्रीजिंग फ्लक्स वेले टुवर्ड्स द राइट साइड गई आ।
ਇਹਦਾ ਮਤਲਬ ਹੈ ਇਸ ਵਾਇਰ ਚੋਂ ਜਿਹੜਾ ਕਰੰਟ ਪਾਸ ਕਰਦਾ ਹੋਊਗਾ ਉਹਦੀ ਪੋਲੈਰਿਟੀ ਰਿਵਰਸ ਹੋਏਗੀ, ਤਦੇ ਡਿਫਲੈਕਸ਼ਨ ਵੀ ਤਾਂ ਰਿਵਰਸ ਹੋਏਗੀ। ਉਹ ਗੱਲ ਸਮਝ ਲੱਗੀ? चला ही गया भाऊ मेरे नाल। अच्छा चलो इदा करो